ਮਾਹਵਾਰੀ ਪੀਰੀਅਡਸ। ਗੋਲੀਆਂ ਖਾ ਕੇ ਆਪਣੇ ਸਰੀਰ ਨੂੰ ਤਸੀਹੇ ਨਾ ਦਿਓ। ਮਨਜੀਤ ਦਾ ਨਵਾਂ ਵਿਆਹ ਹੋਇਆ ਸੀ। ਉਸਦੇ ਬਹੁਤ ਸਾਰੇ ਸੁਪਨੇ ਸਨ, ਜਿਵੇਂ ਹਰ ਕੁੜੀ ਦੇ ਹੁੰਦੇ ਹਨ, ਵਿਆਹ ਨੂੰ ਲੈ ਕੇ, ਜੀਵਨ ਸਾਥੀ ਦੇ ਬਾਰੇ ਅਤੇ ਜੀਵਨ ਦੀ ਨਵੀਂ ਸ਼ੁਰੂਆਤ ਬਾਰੇ। ਪਹਿਲੀ ਵਾਰ ਉਹ ਆਪਣੇ ਸਹੁਰੇ ਘਰ ਆਈ। ਮਨਜੀਤ ਪੜ੍ਹੀ ਲਿਖੀ, ਖੂਬਸੂਰਤ ਤੇ ਅੱਜ ਦੇ ਵਿਚਾਰਾਂ ਵਾਲੀ ਕੁੜੀ ਸੀ। ਦੋਵਾਂ ਦੀ ਜੋੜੀ ਅਜਿਹੀ ਸੀ ਕਿ ਕਿਸੇ ਦੀ ਨਜ਼ਰ ਨਾ ਲੱਗੇ। ਉਸਦਾ ਘਰ ਵਾਲਾ ਗੁੜਗਾਉਂ ਵਿੱਚ ਇੱਕ IT 'ਚ ਉੱਚੇ ਅਹੁਦੇ 'ਤੇ ਸੀ। ਮਨਜੀਤ ਦੀ ਸੱਸ ਅਤੇ ਸਹੁਰਾ ਵੀ ਪਹਿਲਾਂ ਸਰਕਾਰੀ ਨੌਕਰੀ ਕਰਦੇ ਸਨ, ਪਰ ਹੁਣ ਸੇਵਾ ਮੁਕਤ ਹੋ ਗਏ ਸਨ। ਜੀਜਾ ਵੀ ਬਹੁਤ ਵਧੀਆ ਕੰਮ ਕਰ ਰਿਹਾ ਸੀ। ਸਭ ਕੁਝ ਬਿਲਕੁਲ ਆਪਣੀ ਥਾਂ ਸਹੀ ਜਿਹਾ ਹੋ ਰਿਹਾ ਸੀ। ਵਿਆਹ ਦੇ ਦਿਨ ਦੀਆਂ ਰਸਮਾਂ ਨੂੰ ਕਰਦੇ ਅਤੇ ਘਰ ਆਉਂਦੇ ਸਮੇਂ ਦੇਰ ਹੋ ਚੁੱਕੀ ਸੀ। ਮਨਜੀਤ ਦੀ ਸੱਸ ਨੇ ਆਉਂਦਿਆਂ ਹੀ ਘਰ ਵਿੱਚ ਇੱਕ ਛੋਟੀ ਜਿਹੀ ਪੂਜਾ ਵਿਧੀ ਕਰ ਲਈ। ਮਨਜੀਤ ਦੀ ਭੈਣ ਮੀਨਾ ਨੇ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਹਰ ਕੋਈ ਬਹੁਤ ਥੱਕਿਆ ਹੋਇਆ ਹੈ ਅਤੇ ਬਾਕੀ ਦੀਆਂ ਰਸਮਾਂ ਅਗਲੇ ਦਿਨ ਕਰ ਲੈਣਗੇ, ਪਰ ਉਹ ਸੁਣਨ ਲਈ ਵੀ ਤਿਆਰ ਨਹੀਂ ਸੀ। ਦੂਜੇ ਦਿਨ ਘਰ ਦੀਆਂ ਬਾਕੀ ਰਸਮਾਂ ਕੀਤੀਆਂ ਗਈਆਂ। 2-3 ਦਿਨ ਬਾਅਦ ਮਨਜੀਤ ਕੋਲੋਂ ਰਸੋਈ ਦੀ ਪੂਜਾ ਕਰਵਾਈ ਗਈ ਅਤੇ ਉਸਨੇ ਪਹਿਲੀ ਰਸੋਈ ਵਿੱਚ ਹਲਵਾ ਬਣਾਇਆ, ਜੋ ਸਾਰਿਆਂ ਨੂੰ ਬਹੁਤ ਪਸੰਦ ਆਇਆ। ਸਹੁਰੇ ਨੇ ਆਪਣੀ ਨੂੰਹ ਨੂੰ ਸ਼ਗਨ ਦੇ ਤੌਰ 'ਤੇ 1100 ਰੁਪਏ ਤੋਹਫੇ ਵਜੋਂ ਦਿੱਤੇ ਅਤੇ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਅਤੇ ਕਿਹਾ ਕਿ ਉਹ ਇਵੇਂ ਹੀ ਇਸ ਘਰ ਦੀ ਅਨਪੂਰਨਾ ਬਣ ਕੇ ਰਹੇ। ਸੱਸ ਨੇ ਮਨਜੀਤ ਨੂੰ ਕਮਰੇ 'ਚ ਬੁਲਾਇਆ ਅਤੇ ਕਿਹਾ ਕਿ ਪਰਸੋਂ ਮੈਂ ਤੁਹਾਡੇ ਦੋਵਾਂ ਦੇ ਵਿਆਹੁਤਾ ਜੀਵਨ, ਸੁੱਖ ਸ਼ਾਂਤੀ, ਨਵਗ੍ਰਹਿ ਸ਼ਾਂਤੀ ਆਦਿ ਲਈ ਪੂਜਾ ਰਖਵਾਈ ਹੈ। ਸਵੇਰੇ ਹਨੇਰੇ ਵਿੱਚ ਹੀ ਜਾਗ ਜਾਣਾ ਅਤੇ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ, ਨਵੀਂ ਖਾਲੀ ਸਾੜੀ ਪਾ ਲੈਣਾ। ਮਨਜੀਤ ਸਭ ਕੁਝ ਬੜੇ ਧਿਆਨ ਨਾਲ ਸੁਣ ਰਹੀ ਸੀ। ਅਚਾਨਕ ਸੱਸ ਨੇ ਪੁੱਛਿਆ, ਅੱਛਾ, ਤੁਹਾਡੀ ਮਾਹਵਾਰੀ ਦੀ ਤਰੀਕ ਕਦੋਂ ਹੈ? ਕਿਤੇ ਅਜਿਹਾ ਨਾ ਹੋਵੇ ਕਿ ਮੈਂ ਇੰਨੀ ਤਿਆਰੀ ਕਰਾਂ ਤੇ ਤੂੰ ਸਾਰੇ ਤੇ ਪਾਣੀ ਫੇਰ ਦੇਵੇਂ। ਮਨਜੀਤ ਨੇ ਇਹ ਸਭ ਸੁਣਨ ਤੋਂ ਬਾਅਦ ਅਜੀਬ ਮਹਿਸੂਸ ਕੀਤਾ, ਪਰ ਬਹੁਤਾ ਧਿਆਨ ਨਾ ਦਿੱਤਾ। ਉਸਨੇ ਕਿਹਾ, ਨਹੀਂ ਮਾਂ, ਤਰੀਕ ਨੂੰ ਅਜੇ 5-6 ਦਿਨ ਬਾਕੀ ਹਨ। ਕੋਈ ਗੜਬੜ ਨਹੀਂ ਹੋਵੇਗੀ। ਹਾਂ, ਪਰ ਵਿਆਹ ਦੀ ਦੌੜ ਵਿੱਚ ਕੁਝ ਕਹਿ ਨਹੀਂ ਸਕਦੀ। ਸੱਸ ਨੇ ਕਿਹਾ, ਇੱਕ ਕੰਮ ਕਰੋ, ਗੋਲੀਆਂ ਖਾ ਲਓ, ਕਿਉਂਕਿ ਪੂਜਾ ਵਿੱਚ ਕੋਈ ਅੜਚਨ ਨਹੀਂ ਹੋਣੀ ਚਾਹੀਦੀ। ਮਨਜੀਤ ਨੇ ਸਿਰ ਹਿਲਾਇਆ ਅਤੇ ਕਮਰੇ ਵਿੱਚ ਚਲੀ ਗਈ। ਪੂਜਾ ਦੀਆਂ ਸਾਰੀਆਂ ਰਸਮਾਂ ਸਹੀ ਢੰਗ ਨਾਲ ਕੀਤੀਆਂ ਗਈਆਂ। ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰਾਂ ਨੂੰ ਪਰਤ ਗਏ। ਵਿਨੇ ਦੀਆਂ ਛੁੱਟੀਆਂ ਵੀ ਖਤਮ ਹੋਣ ਵਾਲੀਆਂ ਸਨ। ਮਨਜੀਤ ਕਮਰੇ ਵਿੱਚ ਆਈ ਅਤੇ ਵਿਨੇ ਨੇ ਜ਼ਬਰਦਸਤੀ ਉਸਨੂੰ ਆਪਣੇ ਵੱਲ ਖਿੱਚ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ। ਉਹ ਉਸਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦਾ ਹੈ। ਮਨਜੀਤ ਨੇ ਕਿਹਾ, ਵਿਨੇ, ਮੈਂ ਤੇਰੇ ਨਾਲ ਇੱਕ ਗੱਲ ਕਰਨਾ ਚਾਹੁੰਦੀ ਹਾਂ। ਪਰ ਵਿਨੇ ਸੁਣਨ ਲਈ ਤਿਆਰ ਹੀ ਨਹੀਂ ਸੀ। ਮਨਜੀਤ ਨੇ ਕਿਹਾ, ਵਿਨੇ ਪਲੀਜ਼, ਬਹੁਤ ਜ਼ਰੂਰੀ ਗੱਲ ਹੈ ਅੱਜ ਮਾਂ। ਇਹ ਸੁਣਦੇ ਹੀ ਵਿਨੇ ਨੇ ਮਨਜੀਤ ਵੱਲ ਦੇਖਿਆ ਅਤੇ ਕਿਹਾ, ਕੀ ਹੋਇਆ? ਮਾਂ ਨੇ ਕੁਝ ਕਿਹਾ? ਮਨਜੀਤ ਨੇ ਕਿਹਾ, ਮਾਂ ਨੇ ਕਿਹਾ ਹੈ ਕਿ ਹੁਣ ਘਰ ਵਿੱਚ ਸ਼ੁਭ ਮਾਹੌਲ ਹੈ, ਇਸ ਲਈ ਹੁਣ ਅਜਿਹਾ ਕੁਝ ਨਾ ਕਰੋ। ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਬਾਅਦ ਵਿੱਚ ਟਿਕਟ ਕਰਵਾ ਦੇਵਾਂਗੀ ਅਤੇ ਜਿੰਨਾ ਮਰਜ਼ੀ ਘੁੰਮ ਫਿਰ ਲੈਣਾ। ਵਿਨੇ, ਕੀ ਤੈਨੂੰ ਇਹ ਸਭ ਕੁਝ ਅਜੀਬ ਨਹੀਂ ਲੱਗ ਰਿਹਾ? ਇਸ ਤੇ ਵਿਨੇ ਨੇ ਕਿਹਾ, ਮਨਜੀਤ, ਮਾਂ ਥੋੜੀ ਪੁਰਾਣੇ ਵਿਚਾਰਾਂ ਦੀ ਹੈ। ਉਹ ਬਾਹਰੋਂ ਜਿੰਨੀ ਸਖਤ ਦਿਸਦੀ ਹੈ, ਅੰਦਰੋਂ ਉਨੀ ਹੀ ਨਰਮ ਹੈ। ਤੁਸੀਂ ਕਦੇ ਉਹਨਾਂ ਨੂੰ ਕਿਸੇ ਵੀ ਚੀਜ਼ ਤੋਂ ਇਨਕਾਰ ਨਾ ਕਰਿਓ, ਕਿਉਂਕਿ ਇਹ ਉਹ ਥਾਂ ਹੈ ਜਿੱਥੇ ਛੋਟੀਆਂ-ਛੋਟੀਆਂ ਗੱਲਾਂ ਦਿਲ ਵਿੱਚ ਘਰ ਕਰ ਲੈਂਦੀਆਂ ਹਨ ਅਤੇ ਅੱਗੇ ਤੁਸੀਂ ਜਿੰਨਾ ਮਰਜ਼ੀ ਕਰਦੇ ਰਹੋ, ਇਹ ਤੁਹਾਡੇ ਦਿਮਾਗ ਨੂੰ ਨਹੀਂ ਛੱਡਦੀਆਂ। ਮੈਂ ਆਪਣੀ ਮਾਂ ਨੂੰ ਕਦੇ ਕਿਸੇ ਚੀਜ਼ ਲਈ ਇਨਕਾਰ ਨਹੀਂ ਕੀਤਾ ਅਤੇ ਇਹ ਸਿਰਫ 4-5 ਮਹੀਨਿਆਂ ਦੀ ਹੀ ਗੱਲ ਹੈ। ਇੱਕ ਵਾਰ ਫਲੈਟ ਦਾ ਬਾਕੀ ਕੰਮ ਹੋ ਗਿਆ, ਫਿਰ ਤੂੰ ਮੇਰੇ ਨਾਲ ਹੀ ਹੋਵੇਂਗੀ। ਫਿਰ ਜਿਵੇਂ ਮਰਜ਼ੀ ਹੋਏ ਉਸੇ ਤਰ੍ਹਾਂ ਰਹਿਣਾ, ਮੇਰੇ ਪਾਸੋਂ ਕੋਈ ਬੰਧਨ ਨਹੀਂ ਹੋਵੇਗਾ। ਉਹ ਪੂਰੀ ਗੱਲ ਸਮਝ ਗਈ ਸੀ ਅਤੇ ਉਸਦੀ ਮਾਂ ਨੇ ਵੀ ਉਸਨੂੰ ਇਹੀ ਸਮਝਾਇਆ ਹੋਇਆ ਸੀ ਕਿ ਪਹਿਲੇ ਕੁਝ ਦਿਨ ਤਾਂ ਸਹੁਰਿਆਂ ਦੇ ਕਹਿਣ ਅਨੁਸਾਰ ਹੀ ਚੱਲਣਾ, ਚਾਹੇ ਇੱਛਾ ਹੋਵੇ ਜਾਂ ਨਾ। ਜੇਕਰ ਤੂੰ ਸਾਰਿਆਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਉਣੀ ਹੈ ਤਾਂ ਉਹ ਜਿਹਾ ਕਰਨਾ ਜੋ ਉਹ ਕਹਿਣ। ਵਿਨੇ 5-6 ਦਿਨਾਂ ਬਾਅਦ ਚਲਾ ਗਿਆ। ਸਾਰਾ ਕੁਝ ਚੰਗਾ ਚੱਲ ਰਿਹਾ ਸੀ। ਤਦ ਹੀ ਮਨਜੀਤ ਨੂੰ ਮਾਹਵਾਰੀ ਆਉਂਦੀ ਹੈ। ਹੁਣ ਉਸਦੀ ਸੱਸ ਉਸ ਨਾਲ ਗੱਲ ਤੱਕ ਤਾਂ ਦੂਰ, ਉਸ ਵੱਲ ਦੇਖਣ ਨੂੰ ਵੀ ਤਿਆਰ ਨਹੀਂ ਸੀ। ਉਸਨੇ ਉਸਨੂੰ ਸਟੋਰ ਰੂਮ ਵਿੱਚ ਰਹਿਣ ਲਈ ਕਿਹਾ ਅਤੇ ਉੱਥੇ ਹੀ ਉਸਦਾ ਖਾਣਾ ਪਾਣੀ ਵੀ ਕਰਵਾਇਆ। ਕਿਸੇ ਤਰ੍ਹਾਂ ਮਨਜੀਤ ਦੇ 4-5 ਦਿਨ ਲੰਘ ਗਏ ਅਤੇ ਉਸਨੇ ਕਿਹਾ ਕਿ ਜਦੋਂ ਹੁਣ ਤੋਂ ਪੀਰੀਅਡਸ ਆਉਂਦੇ ਹਨ ਤਾਂ ਮੰਮੀ ਦੇ ਘਰ ਜਾਣਾ ਠੀਕ ਹੈ। ਇਸ ਤੇ ਸੱਸ ਨੇ ਕਿਹਾ, ਹਾਂ ਠੀਕ ਵੀ ਹੈ, ਘਰ ਵੀ ਅਪਵਿੱਤਰ ਨਹੀਂ ਹੋਵੇਗਾ ਅਤੇ ਮੈਂ ਬਾਰ-ਬਾਰ ਛੂਤ-ਛਾਤ ਤੋਂ ਮੁਕਤ ਰਵਾਂਗੀ ਅਤੇ ਇਸ ਕਾਰਨ ਮੈਨੂੰ ਬਾਰ-ਬਾਰ ਸਫਾਈ ਵੀ ਨਹੀਂ ਕਰਨੀ ਪਵੇਗੀ। ਲੋਕ ਕਹਿੰਦੇ ਹਨ ਰੱਬ ਨੂੰ ਇਹ ਸਭ ਪਸੰਦ ਨਹੀਂ, ਪਰ ਫੁੱਲ ਕਿਵੇਂ ਚੱਲ ਜਾਂਦੇ ਹਨ ਪਰਮਾਤਮਾ ਨੂੰ। ਫੁੱਲ ਆਉਣ ਤੋਂ ਬਾਅਦ ਹੀ ਰੁੱਖ ਨੂੰ ਫਲ ਲੱਗਦੇ ਹਨ। ਇਸੇ ਤਰ੍ਹਾਂ ਹੀ ਇਸਤਰੀ ਦਾ ਸਰੀਰ ਹੈ। ਗਰਭਵਤੀ ਹੋਣ ਲਈ ਮਾਹਵਾਰੀ ਜ਼ਰੂਰੀ ਹੈ, ਇਸ ਲਈ ਇਸ ਤੋਂ ਬਿਨਾਂ ਮਨੁੱਖ ਪੈਦਾ ਨਹੀਂ ਹੋ ਸਕਦਾ। ਛੱਡ, ਮੈਂ ਕਿਉਂ ਇੰਨਾ ਸੋਚ ਰਹੀ ਹਾਂ? ਮੈਂ ਕਿਹੜਾ ਇੱਥੇ ਰਹਿਣਾ ਹੈ? 4-5 ਮਹੀਨੇ ਦੀ ਹੀ ਗੱਲ ਹੈ, ਉਸਨੇ ਇਹ ਕਹਿ ਕੇ ਆਪਣੇ ਆਪ ਨੂੰ ਸਮਝਾਇਆ। ਕੁਝ ਦਿਨਾਂ ਬਾਅਦ ਕਦੇ ਤੀਜ ਦਾ ਤਿਉਹਾਰ ਤੇ ਕਦੇ ਕੋਈ ਪੂਜਾ, ਕਦੇ ਕੁਝ ਅਜਿਹਾ ਕਹਿ ਕੇ ਮਨਜੀਤ ਨੂੰ ਵਾਰ-ਵਾਰ ਗੋਲੀਆਂ ਖਾਣ ਲਈ ਕਿਹਾ ਗਿਆ। ਦੋਵੇਂ ਇਵੇਂ ਹੀ ਛੁੱਟੀਆਂ ਤੇ ਘਰ ਗਏ ਸਨ। ਸਾਰੇ ਰਿਸ਼ਤੇਦਾਰ ਵੀ ਆਏ ਹੋਏ ਸਨ। ਉਦੋਂ ਹੀ ਵਿਨੇ ਦੀ ਭੂਆ ਨੇ ਕਿਹਾ, ਨੋ, ਅਸੀਂ ਜਾਣਦੇ ਹਾਂ ਕਿ ਤੁਸੀਂ ਦੋਵੇਂ ਨਵੀਂ ਸੋਚ ਵਾਲੇ ਹੋ, ਪਰ ਵਿਆਹ ਨੂੰ 3 ਸਾਲ ਹੋ ਗਏ। ਤੁਸੀਂ ਬੱਚਿਆਂ ਬਾਰੇ ਸੋਚਿਆ ਹੈ ਜਾਂ ਹੁਣ ਹੋਰ ਸਮਾਂ ਚਾਹੀਦਾ ਹੈ? ਭੈਣ ਜੀ ਤਾਂ ਹੱਥ ਧੋ ਕੇ ਰੱਬ ਦੇ ਪਿੱਛੇ ਪਏ ਰਹਿੰਦੇ ਹਨ।
ਪਰ ਕੋਈ ਚੰਗੀ ਖਬਰ ਮਿਲੇਗੀ ਮਹਿਸੂਸ ਤਾਂ ਨਹੀਂ ਹੋ ਰਿਹਾ। ਇਹ ਸੁਣ ਕੇ ਸਾਰੇ ਉਸ ਵੱਲ ਦੇਖ ਕੇ ਹੱਸ ਪਏ। ਮਨਜੀਤ ਨੂੰ ਇਹ ਗੱਲ ਤੀਰ ਵਾਂਗ ਵਿੰਨ ਗਈ। ਉਸਨੇ ਕਮਰੇ ਤੇ ਆ ਕੇ ਵਿਨੇ ਨਾਲ ਗੱਲ ਕਰਨੀ ਸ਼ੁਰੂ ਹੀ ਕੀਤੀ ਸੀ ਕਿ ਵਿਨੇ ਨੇ ਕਿਹਾ, ਤੁਸੀਂ ਚਿੰਤਾ ਕਿਉਂ ਕਰ ਰਹੇ ਹੋ? ਸਾਡੀ ਉਮਰ ਥੋੜੀ ਹਜੇ ਲੰਘੀ ਹੈ। ਘਰ ਜਾ ਕੇ ਕਿਸੇ ਚੰਗੇ ਜਿਹੇ ਡਾਕਟਰ ਨੂੰ ਮਿਲ ਲਵਾਂਗੇ ਅਤੇ ਇਲਾਜ ਕਰਵਾ ਲਵਾਂਗੇ। 2 ਦਿਨਾਂ ਬਾਅਦ ਉਹ ਕਿਸੇ ਚੰਗੇ ਡਾਕਟਰ ਕੋਲ ਗਏ। ਡਾਕਟਰ ਨੇ ਬੈਠਣ ਲਈ ਕਿਹਾ। ਉਹਨਾਂ ਨੇ ਡਾਕਟਰ ਨੂੰ ਸਾਰੀ ਗੱਲ ਵਿਸਥਾਰ ਨਾਲ ਦੱਸੀ। ਇਸ ਦੌਰਾਨ ਡਾਕਟਰ ਨੇ ਮਨਜੀਤ ਤੋਂ ਪੁੱਛਿਆ ਕਿ ਤੁਹਾਨੂੰ ਹਰ ਮਹੀਨੇ ਪੀਰੀਅਡਸ ਆਉਣ 'ਚ ਕੋਈ ਸਮੱਸਿਆ ਤਾਂ ਨਹੀਂ ਆਉਂਦੀ? ਮਨਜੀਤ ਨੇ ਦੱਸਿਆ ਕਿ ਲੋੜ ਪੈਣ ਤੇ ਉਸ ਨੂੰ ਪੀਰੀਅਡਸ ਨੂੰ ਅੱਗੇ ਵਧਾਉਣ ਲਈ ਗੋਲੀਆਂ ਲੈਣੀਆਂ ਪੈਂਦੀਆਂ ਹਨ। ਡਾਕਟਰ ਨੇ ਗੁੱਸੇ ਨਾਲ ਕਿਹਾ, ਤੁਹਾਡੇ ਪੜ੍ਹੇ ਲਿਖੇ ਹੋਣ ਦਾ ਕੀ ਫਾਇਦਾ? ਅੱਜ ਦੀਆਂ ਕੁੜੀਆਂ ਸਿਰਦਰਦ ਦੀ ਗੋਲੀ ਖਾਣ ਤੋਂ ਪਹਿਲਾਂ ਵੀ ਇਸ ਦੇ ਸਾਈਡ ਇਫੈਕਟ ਬਾਰੇ ਪਤਾ ਕਰਦੀਆਂ ਹਨ। ਪਰ ਮਨਜੀਤ ਹੁਣ ਮੈਂ ਤੁਹਾਨੂੰ ਕੀ ਕਹਾਂ ਕਿ ਤੁਹਾਨੂੰ ਥੋੜ੍ਹਾ ਜਿਹਾ ਵੀ ਪਤਾ ਹੈ ਕਿ ਇਹ ਗੋਲੀਆਂ ਖਾਣ ਨਾਲ ਤੁਹਾਡੇ ਸਰੀਰ 'ਤੇ ਕਿੰਨਾ ਬੁਰਾ ਅਸਰ ਪੈਂਦਾ ਹੈ। ਇਹਨਾਂ ਗੋਲੀਆਂ ਕਾਰਨ ਤੁਹਾਡੀਆਂ ਫੈਲੋਪੀਅਨ ਟਿਊਬਾਂ ਵਿੱਚ ਰੁਕਾਵਟਾਂ ਆ ਗਈਆਂ ਹਨ ਅਤੇ ਸਰੀਰ ਵਿੱਚ ਹਾਰਮੋਨਲ ਤਬਦੀਲੀਆਂ ਕਾਰਨ ਤੁਹਾਡੀਆਂ ਦੋਵੇਂ ਓਵਰੀਜ਼ ਨੂੰ ਨੁਕਸਾਨ ਪਹੁੰਚਿਆ ਹੈ। ਤੁਹਾਡੀ ਬੱਚੇਦਾਨੀ ਵਿੱਚ ਗੰਢਾਂ ਬਣ ਗਈਆਂ ਹਨ। ਤੁਹਾਡੇ ਮਾਂ ਬਣਨ ਦੀ ਸੰਭਾਵਨਾ ਘੱਟੋ ਘੱਟ 90% ਤੱਕ ਘਟ ਗਈ ਹੈ। ਫਿਰ ਵੀ ਮੈਂ ਕੋਸ਼ਿਸ਼ ਕਰਾਂਗੀ। ਮੈਂ ਪਹਿਲਾਂ ਗੋਲੀਆਂ ਦੇਵਾਂਗੀ ਅਤੇ ਦੇਖਾਂਗੀ ਕਿ ਗਠੜੀਆਂ ਘੁਲਦੀਆਂ ਹਨ, ਨਹੀਂ ਤਾਂ ਤੁਹਾਨੂੰ ਆਪਣੇ ਬੱਚੇਦਾਨੀ ਨੂੰ ਕੱਢਣਾ ਪਵੇਗਾ ਕਿਉਂਕਿ ਇਨਫੈਕਸ਼ਨ ਵੀ ਫੈਲ ਸਕਦੀ ਹੈ। ਇਹਨਾਂ ਗੱਲਾਂ ਨੂੰ ਸੁਣ ਕੇ ਮਨਜੀਤ ਦੇ ਹੱਥ ਪੈਰ ਠੰਡੇ ਪੈ ਗਏ ਸਨ। ਵਿਨੇ ਦਾ ਵੀ ਇਹੀ ਹਾਲ ਸੀ। ਉਹਨਾਂ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਇਸ ਦਾ ਨਤੀਜਾ ਇੰਨਾ ਭਿਆਨਕ ਹੋਵੇਗਾ। ਉਹ ਗੁੱਸੇ ਨਾਲ ਉੱਠੀ ਅਤੇ ਡਾਕਟਰ ਨੂੰ ਕਿਹਾ, ਮੈਂ ਜਾਣਦੀ ਹਾਂ ਕਿ ਮੈਨੂੰ ਇਹ ਨਹੀਂ ਕਹਿਣਾ ਚਾਹੀਦਾ, ਪਰ ਤੁਸੀਂ ਮੈਨੂੰ ਦੱਸੋ ਮੈਨੂੰ ਆਪਰੇਸ਼ਨ ਲਈ ਕਦੋਂ ਆਉਣਾ ਪਵੇਗਾ? ਡਾਕਟਰ ਨੇ ਕਿਹਾ, ਮਿਸਿਸ ਮਨਜੀਤ ਤੁਸੀਂ ਕੀ ਕਹਿ ਰਹੇ ਹੋ? ਮਨਜੀਤ ਨੇ ਕਿਹਾ, ਤੇ ਹੋਰ ਨਹੀਂ ਤਾਂ ਕੀ, ਕੋਈ ਗਰਭਾਸ਼ਯ ਨਹੀਂ ਰਹੂਗਾ, ਨਾ ਪੀਰੀਅਡਸ ਆਉਣਗੇ, ਨਾ ਕਿਸੇ ਦੇ ਮੇਰੇ ਕਰਕੇ ਘਰ ਪਲੀਤ ਹੋਣਗੇ। ਮੈਂ ਠੀਕ ਕਿਹਾ ਨਾ ਵਿਨੇ? ਤੇ ਉਹ ਉੱਥੋਂ ਇੰਨਾ ਕਹਿ ਕੇ ਵਿਨੇ ਦਾ ਬਿਨਾਂ ਰਾਹ ਦੇਖੇ ਚਲੀ ਗਈ। ਵਿਨੇ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਅੱਜ ਅਸੀਂ 21ਵੀਂ ਸਦੀ ਵਿੱਚ ਰਹਿ ਰਹੇ ਹਾਂ। ਛੂਤ ਅਛੂਤ ਅਸ਼ੁੱਧਤਾ ਇਹ ਸਭ ਕੁਝ ਪਹਿਲਾਂ ਹੁੰਦਾ ਸੀ ਅਤੇ ਔਰਤਾਂ ਦੇ ਵੱਖਰੇ ਬੈਠਣ ਦੇ ਪਿੱਛੇ ਵੀ ਬਹੁਤ ਸਾਰੇ ਕਾਰਨ ਸਨ। ਪਰ ਘਰ ਵਿੱਚ ਹੀ ਕਿ ਇਹ ਪਵਿੱਤਰ ਹੋ ਜਾਵੇਗਾ ਜਾਂ ਇਸ ਲਈ ਪੂਜਾ ਦੀ ਰਸਮ ਰਹਿ ਜਾਵੇਗੀ? ਇਸ ਦੇ ਲਈ ਮਹਾਵਾਰੀ ਨੂੰ ਰੋਕਣ ਦੇ ਲਈ ਗੋਲੀਆਂ ਲੈਣਾ ਇੱਕ ਤਰ੍ਹਾਂ ਨਾਲ ਆਪਣੇ ਸਰੀਰ ਤੇ ਤਸ਼ੱਦਦ ਕਰਨਾ ਹੋਇਆ ਅਤੇ ਇਹਨਾਂ ਗੋਲੀਆਂ ਦੇ ਸਾਈਡ ਇਫੈਕਟ ਵੀ ਬਹੁਤ ਡਰਾਉਣੇ ਹਨ। ਮਨਜੀਤ ਵਰਗੀ ਕੀਤੀ ਗਈ ਗਲਤੀ ਤੁਸੀਂ ਨਾ ਕਰੋ, ਸਿਰਫ ਇਹੀ ਬੇਨਤੀ ਹੈ ਅਤੇ ਇਹ ਕਹਾਣੀ ਰਾਹੀਂ ਤੁਹਾਡੇ ਤੱਕ ਪਹੁੰਚਣਾ ਸੀ। ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ। ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਚੰਗੀਆਂ ਲੱਗਦੀਆਂ ਹਨ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।